ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਆਪ ਜੀ ਪਵਿੱਤਰ ਬਾਣੀ ਦੀ ਸ਼ਬਦ ਵਿਚਾਰ ਦੇ ਨਾਲ ਜੁੜ ਰਹੇ ਹੋ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ। ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਭ ਕੋ ਤੇਰਾ ਭਗਤ ਕਹਾਏ, ਸਭ ਕੋ ਤੇਰਾ ਭਗਤ ਕਹਾਏ, ਸਈ ਭਗਤ ਤੇਰੇ ਮਨ ਭਾਏ। ਸਚ ਬਾਣੀ ਤੁਧ ਐਸਾ ਲਾਹਿਨ, ਰੰਗ ਰਾਤੇ ਭਗਤ ਕਰਾਵਣਿਆ। ਸਭ ਕੋ ਸੱਚੇ ਹਰਿ ਜੀਉ ਤੇਰਾ, ਗੁਰਮੁਖ ਮਿਲੈ ਤਾਂ ਚੁਕੈ ਫੇਰਾ। ਜਾਂ ਤੁਧ ਭਾਵੈ ਤਾਂ ਨਾਇ ਰਚਾਵੈ, ਤੂੰ ਆਪੇ ਨਾਉ ਜਪਾਵਣਿਆ। ਜਾਂ ਤੁਧ ਭਾਵੈ ਤਾਂ ਨਾਇ ਰਚਾਵੈ, ਤੂੰ ਆਪੇ ਨਾਉ ਜਪਾਵਣਿਆ। ਵਾਹਿਗੁਰੂ। ਇਹ ਪਵਿੱਤਰ ਸ਼ਬਦ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਜੋ ਲੜੀਵਾਰ ਕਥਾ ਮੁਤਾਬਕ ਆਪ ਜੀ ਨੇ ਸਰਵਣ ਕੀਤਾ। ਇਸ ਪਵਿੱਤਰ ਬਚਨ ਰਾਹੀਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਬਖਸ਼ਿਸ਼ ਕਰ ਰਹੇ ਹਨ ਕਿ ਅਸੀਂ ਉਸ ਸੱਚ ਨਾਲ ਜੁੜਨਾ ਹੈ ਜਿਸ ਸੱਚ ਨੇ ਸਾਨੂੰ ਪੈਦਾ ਕੀਤਾ। ਸੱਚਾ ਸੇਵੀ ਸੱਚ ਸਲਾਹੀ, ਸੱਚੇ ਨਾਏ ਦੁੱਖ ਕਬਹੀ ਨਾਹੀ। ਉਸ ਦੇ ਨਾਲ ਜੁੜ ਕੇ ਹੀ ਸਾਡੇ ਜੀਵਨ ਦੇ ਵਿੱਚ ਸੁੱਖ ਆ ਸਕਦੇ ਆ, ਦੁੱਖਾਂ ਦਾ ਖਾਤਮਾ ਹੋ ਸਕਦਾ। ਤੇ ਕੱਲ੍ਹ ਆਪਾਂ ਇਸ ਵਿਸ਼ੇ 'ਤੇ ਵਿਚਾਰ ਕੀਤੀ ਸੀ ਕਿ ਸੱਚ ਨੂੰ ਪਾਉਣ ਲਈ ਪਹਿਲਾਂ ਜੀਵਨ ਦੇ ਵਿੱਚ ਸੱਚ ਲਿਆਉਣਾ ਪਵੇਗਾ। ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਸੱਚ ਲਿਆਉਣਾ ਪਵੇਗਾ, ਫਿਰ ਵੱਡੀਆਂ ਗੱਲਾਂ ਵਿੱਚ ਵੀ ਸੱਚ ਆ ਜਾਂਦਾ। ਪਰਿਵਾਰਕ ਮੈਂਬਰਾਂ ਦੇ ਨਾਲ ਇਮਾਨਦਾਰੀ ਸੱਚ ਵਰਤਦਿਆਂ ਹੋਇਆਂ ਹੌਲੀ ਹੌਲੀ ਸਾਡੇ ਜੀਵਨ ਦੇ ਵਿੱਚ ਵੱਡਾ ਸੱਚ ਵੀ ਆ ਜਾਂਦਾ ਅਤੇ ਫਿਰ ਹੌਲੀ ਹੌਲੀ ਸੱਚ ਨੂੰ ਪ੍ਰਗਟ ਕਰਨ ਵਾਲਾ ਸੱਚ ਪਰਮੇਸ਼ਰ ਵੀ ਆ ਜਾਂਦਾ। ਇਸ ਕਰਕੇ ਸਾਨੂੰ ਸ਼ੁਰੂਆਤ ਥੱਲਿਓਂ ਕਰਨੀ ਪੈਣੀ ਆ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਜੇ ਹਿਰਦੇ ਵਿੱਚ ਸੱਚ ਹੋਵੇ ਤਾਂ ਉਹ ਸੱਚ ਨੂੰ ਜਾਣਿਆ ਜਾ ਸਕਦਾ ਹੈ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਆਤਮ ਤੀਰਥ ਦਾ ਮਤਲਬ ਆਪਣੇ ਅੰਦਰ ਜਾਣਾ, ਆਪਣੀ ਪੜਚੋਲ ਕਰਨਾ, ਜਿਹੜੀਆਂ ਗਲਤੀਆਂ ਉਹ ਕੱਢਣੀਆਂ। ਤੀਰਥਾਂ ਦਾ ਮਤਲਬ ਲੋਕਾਂ ਨੇ ਖਿਆਲ ਕੀਤਾ ਸ਼ਾਇਦ ਗੰਗਾ 'ਤੇ ਜਾ ਕੇ ਸੱਚ ਆ ਜਾਵੇਗਾ, ਸ਼ਾਇਦ ਕਿਸੇ ਧਾਰਮਿਕ ਸਥਾਨ 'ਤੇ ਜਾ ਕੇ ਆ ਜਾਵੇਗਾ। ਠੀਕ ਆ, ਧਾਰਮਿਕ ਸਥਾਨ ਸਾਡਾ ਮਾਰਗ ਦਰਸ਼ਨ ਕਰਦੇ ਆ, ਪਰ ਚੱਲਣਾ ਤਾਂ ਆਪਾਂ ਹੀ ਆ। ਸੜਕਾਂ ਦੇ ਉੱਤੇ ਸਾਈਨ ਬੋਰਡ ਲੱਗੇ ਹੁੰਦੇ ਆ, ਉਹ ਬੋਰਡ ਤਾਂ ਉੱਥੇ ਹੀ ਖੜ੍ਹੇ ਰਹਿੰਦੇ ਆ,
ਲੋਕਾਂ ਦਾ ਮਾਰਗਦਰਸ਼ਨ ਕਰਦੇ ਰਹਿੰਦੇ ਆ, ਪਰ ਚੱਲਣ ਵਾਲੇ ਪਹੁੰਚ ਜਾਂਦੇ ਆ, ਜਿਹੜੇ ਬੋਰਡ ਦੇ ਕੋਲ ਹੀ ਖੜ੍ਹੇ ਰਹਿੰਦੇ ਆ ਉੱਥੇ ਖੜ੍ਹੇ ਰਹਿ ਜਾਂਦੇ ਆ। ਸੜਕਾਂ ਉੱਤੇ ਲੱਗੇ ਬੋਰਡ ਸਾਡਾ ਮਾਰਗਦਰਸ਼ਨ ਕਰਦੇ ਨੇ, ਸਾਨੂੰ ਭੇਜਦੇ ਆ, ਉਹ ਤਾਂ ਉੱਥੇ ਹੀ ਰਹਿੰਦੇ ਆ, ਪਰ ਜਿਹੜੇ ਉਹਨਾਂ ਰਸਤਿਆਂ 'ਤੇ ਚੱਲ ਪੈਂਦੇ ਆ ਉਹ ਉਸ ਟਿਕਾਣੇ 'ਤੇ ਪਹੁੰਚ ਜਾਂਦੇ ਆ। ਇਸੇ ਤਰ੍ਹਾਂ ਹੀ ਧਾਰਮਿਕ ਗ੍ਰੰਥ, ਚਾਹੇ ਉਹ ਹਿੰਦੂ ਮੰਨਦੇ ਆ, ਚਾਹੇ ਮੁਸਲਮਾਨ ਮੰਨਦੇ ਆ, ਚਾਹੇ ਸਾਡੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਇਹਨਾਂ ਦਾ ਮਕਸਦ ਹੈ ਸਾਨੂੰ ਘਰੇ ਪਹੁੰਚਾਉਣਾ। ਤੁਮ ਘਰ ਆਵੋ ਮੇਰੇ ਮੀਤ, ਇਹ ਵੀ ਬਾਣੀ ਸਾਨੂੰ ਕਹਿ ਰਹੀ ਹੈ। ਤੁਮਰੇ ਦੋਖੀ ਹਰ ਆਪ ਨਿਵਾਰੇ, ਆਪਦਾ ਭਈ ਬਤੀਤ। ਹੁਣ ਤੇਰਾ ਦੁੱਖਾਂ ਦਾ ਸਮਾਂ ਖਤਮ ਹੋ ਗਿਆ, ਹੁਣ ਤੂੰ ਘਰੇ ਆ ਜਾ। ਕਦੋਂ, ਕਿੱਥੇ? ਟੇਢੀਆਂ ਜੂਨਾਂ 'ਚੋਂ ਕੱਢ ਕੇ ਮਨੁੱਖ ਬਣਾਇਆ ਤਾਂ ਉਹ ਦੁੱਖਾਂ ਦਾ ਸਮਾਂ ਖਤਮ ਕੀਤਾ, ਅਤੇ ਹੁਣ ਮਨੁੱਖ ਬਣ ਕੇ, ਗੁਰੂ ਵਾਲੇ ਬਣ ਕੇ ਆਪਦੇ ਘਰੇ ਜਾਣਾ। ਇਹ ਕੰਮ ਬਾਣੀ ਕਰਦੀ ਆ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਸ ਪਵਿੱਤਰ ਬਾਣੀ ਦਾ ਮਕਸਦ ਹੈ ਸਾਨੂੰ ਘਰੇ ਪਹੁੰਚਾਉਣਾ। ਜਨਮਾਂ ਜਨਮਾਂਤਰਾਂ ਤੋਂ ਅਸੀਂ ਘਰੋਂ ਨਿਕਲੇ ਅਤੇ ਮੁੜ ਕੇ ਘਰੇ ਨਹੀਂ ਗਏ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਗਾਂ ਦੀ ਗਾਂ ਹੀ ਤੁਰੇ ਗਏ, ਪੁੱਠੇ ਮੁੜੇ ਹੀ ਨਹੀਂ। ਅਤੇ ਗੁਰਬਾਣੀ ਜਾਂ ਸਤਿਗੁਰੂ ਸਾਨੂੰ ਪੁੱਠੇ ਮੋੜਦੇ ਆ, ਅੰਦਰ ਮੋੜਦੇ ਆ, ਵਾਪਸ ਆਪਦੇ ਅੰਦਰ ਮੋੜਦੇ ਆ। ਆਪਦੀ ਪੜਚੋਲ ਕਰ, ਤੂੰ ਕੌਣ ਹੈ, ਕਿੱਥੋਂ ਆਏ ਆ, ਕੀ ਲੈਣ ਆਏ ਆ, ਵਾਪਸ ਆਪਦੇ ਘਰੇ ਜਾ। ਘਰ ਵਿੱਚ ਹੀ ਸੁੱਖ ਹੈ। ਜਿਸ ਤਰ੍ਹਾਂ ਤੁਹਾਨੂੰ ਬਾਹਰੋਂ ਜਿੰਨਾ ਮਰਜ਼ੀ ਘੁੰਮ ਲਓ, ਜਿੰਨੀ ਮਰਜ਼ੀ ਸੈਰ ਸਪਾਟਾ ਕਰ ਲਓ, ਸੁੱਖ ਘਰੇ ਜਾ ਕੇ ਮਿਲਣਾ। ਉਸੇ ਤਰ੍ਹਾਂ ਹੀ ਸਾਨੂੰ ਜਿਹੜਾ ਆਤਮਿਕ ਸੁੱਖ ਹੈ ਆਪਦੇ ਅੰਦਰ ਜਾ ਕੇ ਮਿਲਣਾ। ਗਾਈਡੈਂਸ ਲੈ ਕੇ, ਸਤਿਗੁਰ ਤੋਂ ਮਾਰਗਦਰਸ਼ਨ ਪੁੱਛ ਕੇ ਫਿਰ ਜਾਣਾ ਆਪਦੇ ਅੰਦਰ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਸੀ ਕੱਲ੍ਹ ਕਿ ਹੇ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਪਰਮਾਤਮਾ, ਭਾਵੇਂ ਸਾਰੇ ਤੇਰੀ ਹੈ, ਸਭ ਕੋ ਤੇਰਾ ਭਗਤ ਕਹਾਏ। ਬਾਹਰੀ ਤੌਰ 'ਤੇ ਅਸੀਂ ਧਾਰਮਿਕ ਬਾਣੇ ਪਹਿਨ ਕੇ, ਧਾਰਮਿਕ ਚੋਲੇ ਪਹਿਨ ਕੇ, ਧਾਰਮਿਕ ਵਸਤਰ ਪਹਿਨ ਕੇ, ਕੋਈ ਨੀਲੇ ਪਾਉਂਦਾ, ਕੋਈ ਕਾਲੇ ਪਾਉਂਦਾ, ਕੋਈ ਚਿੱਟੇ ਪਾਉਂਦਾ, ਕੋਈ ਭਗਵੇਂ ਪਾਉਂਦਾ, ਕੋਈ ਹਰੇ ਪਾਉਂਦਾ। ਇਹ ਧਾਰਮਿਕ ਬਾਣੇ ਆ, ਨਿਸ਼ਾਨੀਆਂ ਜਿਹੀਆਂ ਨੇ। ਪਰ ਇਹਨਾਂ ਧਾਰਮਿਕ ਬਾਣਿਆਂ ਦਾ ਮਕਸਦ ਹੈ ਨਿਸ਼ਾਨੀ, ਧਾਰਮਿਕ ਬਾਣਾ, ਪਰ ਇਹਦਾ ਮਕਸਦ ਇਹ ਨਹੀਂ ਕਿ ਤੂੰ ਧਰਮੀ ਹੋ ਗਿਆ। ਧਰਮੀ ਤਾਂ ਹੋਵੇਂਗਾ ਜੇ ਤੂੰ ਪਰਮੇਸ਼ਰ ਨੂੰ, ਗੁਰੂ ਨੂੰ ਭਾ ਗਿਆ, ਅਤੇ ਗੁਰੂ ਨੂੰ ਤਾਂ ਭਾਵੇਂਗਾ ਜੇ ਗੁਰਮਤਿ ਅਨੁਸਾਰ ਚੱਲੇਗਾ, ਜੇ ਜੀਵਨ ਉਹੋ ਜਿਹਾ ਬਣਾਵੇਗਾ ਤਾਂ। ਵਰਨਾ ਫਿਰ ਕਬੀਰ ਸਾਹਿਬ ਨੇ ਕਹਿ ਦਿੱਤਾ, ਜਦੋਂ ਕੁਝ ਠੱਗਾਂ ਨੂੰ ਚੋਲਿਆਂ ਵਿੱਚ ਦੇਖਿਆ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ। ਐਸੇ ਸੰਤ ਨਾ ਮੋਹ ਕੋ ਭਾਵੈ। ਇਹੋ ਜਿਹੇ ਲੋਕ ਜਿਹੜੇ ਬਾਹਰੋਂ ਸੰਤ ਦਿਸਦੇ ਆ ਪਰ ਅੰਦਰੋਂ ਬਗਲਿਆਂ ਵਾਲਾ ਸੁਭਾਅ ਹੈ, ਐਸੇ ਸੰਤ ਨਾ ਮੋਹ ਕੋ ਭਾਵੈ। ਡਾਲਾ ਸਿਓ ਪੇਡਾਂ ਗਟਕਾਵੈ। ਪੇਡਾ ਕੀ ਹੁੰਦਾ? ਮੁੱਢ। ਡਾਲਾ ਹੁੰਦੀਆਂ ਟਾਹਣੀਆਂ। ਹੁਣ ਉਤਲੀਆਂ ਟਾਹਣੀਆਂ ਦਾ ਜਿਹੜਾ ਆਸਰਾ ਹੈ ਉਹ ਹੇਠਲਾ ਮੁੱਢ ਹੈ ਦਰੱਖਤ ਦਾ। ਜੇ ਭਲਾ ਕੋਈ ਥੱਲਿਓ ਮੁੱਢ ਨੂੰ ਵੱਢ ਦੇਵੇ ਤਾਂ ਟਾਹਣੀਆਂ ਕੀ ਕਰਨਗੀਆਂ? ਡਿੱਗ ਪੈਣਗੀਆਂ। ਉਸੇ ਤਰ੍ਹਾਂ ਹੀ ਜਿਹੜੇ ਪਖੰਡੀ ਲੋਕ ਹੁੰਦੇ ਆ, ਉਹ ਗ੍ਰਸਤੀਆਂ ਦਾ ਜਿਹੜਾ ਆਸਰਾ ਹੁੰਦਾ ਨਾ, ਮਾਇਆ ਆਧਾਰ ਹੁੰਦਾ। ਗ੍ਰਸਤੀ ਦਾ ਆਸਰਾ ਹੁੰਦਾ ਮਾਇਆ, ਉਹ ਕਮਾਉਂਦਾ। ਪਰ ਪਖੰਡੀ ਪਖੰਡ ਕਰਕੇ ਉਹ ਲੈ ਜਾਂਦੇ ਆ, ਉਹਨਾਂ ਕੋਲੋਂ ਮਾਇਆ ਲੈ ਜਾਂਦੇ ਆ ਠੱਗੀਆਂ ਮਾਰ ਕੇ। ਤਾਂ ਉਹਨਾਂ ਨੂੰ ਕਬੀਰ ਸਾਹਿਬ ਨੇ ਬਾਣੀ ਵਿੱਚ ਠੱਗ ਕਿਹਾ ਵੀ ਜਿਹੜਾ ਗ੍ਰਸਤੀ ਬੱਚਿਆਂ ਦਾ, ਗ੍ਰਸਤੀ ਪਰਿਵਾਰਾਂ ਦਾ ਸਹਾਰਾ ਮਾਇਆ ਹੈ, ਉਹ ਇਹ ਠੱਗਾ ਲੋਕ ਜਿਹੜੇ ਹਨ ਪਖੰਡ ਕਰਕੇ, ਕਰਮਕਾਂਡ ਕਰਕੇ, ਲੋਕਾਂ ਨੂੰ ਚੱਕਰਾਂ 'ਚ ਪਾ ਕੇ, ਭੁਲੇਖੇ 'ਚ ਪਾ ਕੇ, ਡਰਾ ਕੇ, ਭੁਲਾ ਕੇ ਉਹਨਾਂ ਦੇ ਕੋਲੋਂ ਉਹਨਾਂ ਦਾ ਆਸਰਾ ਸਹਾਰਾ ਜਿਹੜਾ ਹੈ ਮਾਇਆ ਆਦਿ ਲੈ ਜਾਂਦੇ ਆ। ਇਹੋ ਜਿਹੇ ਸੰਤ ਮੈਨੂੰ ਚੰਗੇ ਨਹੀਂ ਲੱਗਦੇ। ਐਸੇ ਸੰਤ ਨਾ ਮੋਹ ਕੋ ਭਾਵੈ, ਡਾਲਾ ਸਿਓ ਪੇਡਾ ਗਟਕਾਵੈ। ਜਿਹੜਾ ਕੋਈ ਕਿਸੇ ਦੇ ਆਸਰੇ ਨੂੰ ਖਤਮ ਕਰਦਾ, ਆਧਾਰ ਨੂੰ ਖਤਮ ਕਰਦਾ। ਖੈਰ,
ਸਭ ਕੋ ਤੇਰਾ ਭਗਤ ਕਹਾਏ, ਸਈ ਭਗਤ ਤੇਰੇ ਮਨ ਭਾਏ। ਸੱਚ ਬਾਣੀ ਤੁਧੈ ਸਲਾਹਨ ਰੰਗ ਰਾਤੇ, ਭਗਤ ਕਰਾਵਣਿਆ। ਜਿਹੜੇ ਸੱਚੀ ਬਾਣੀ ਨਾਲ ਜੁੜ ਕੇ ਤੇਰਾ ਨਾਮ ਜਪਦੇ ਹਨ, ਤੇਰੇ ਰੰਗ ਵਿੱਚ ਰੰਗੇ ਹੋਏ ਹਨ, ਤੇਰੀ ਭਗਤੀ ਕਰਦੇ ਆ, ਉਹ ਤੈਨੂੰ ਚੰਗੇ ਲੱਗਦੇ ਨੇ। ਤੇ ਜਿਹੜੇ ਉਹਨੂੰ ਭਾ ਗਏ, ਫਿਰ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਚੁਣ ਚੁਣ ਕੇ ਉਹਨਾਂ ਨੂੰ ਕੱਢ ਲਿਆ, ਉਹਨਾਂ ਨੂੰ ਆਪਦੇ ਬਣਾ ਲਿਆ। ਸਭ ਕੋ ਸੱਚੇ ਹਰਿ ਜੀਉ ਤੇਰਾ, ਇਹ ਸ੍ਰਿਸ਼ਟੀ ਤੇਰੀ ਹੈ, ਇਹ ਜੀਵ ਜਨ ਤੇਰੇ ਹਨ। ਗੁਰਮੁਖ ਮਿਲੈ ਤਾਂ ਚੁੱਕੈ ਫੇਰਾ। ਭਾਵੇਂ ਕਿ ਸਾਰੀ ਦੁਨੀਆ ਉਹਦੀ ਇੱਕ ਦੀ ਬਣਾਈ ਹੋਈ ਆ, ਪਰ ਇਹਨਾਂ ਦੇ ਵਿੱਚੋਂ ਉਹ ਪ੍ਰਵਾਨ ਹੋ ਜਾਂਦੇ ਆ, ਜਿਹੜੇ ਗੁਰੂ ਨੂੰ ਮਿਲ ਪੈਂਦੇ ਆ, ਗੁਰੂ ਵਾਲੇ ਬਣ ਜਾਂਦੇ ਆ। ਉਹਨਾਂ ਦਾ ਫੇਰਾ ਜੰਮਣ ਮਰਨ ਦਾ ਚੱਕਰ ਕੱਟਿਆ ਜਾਂਦਾ। ਜਾਂ ਤੁਧ ਭਾਵੈ ਤਾਂ ਨਾਏ ਰਚਾਵੈ। ਹੇ ਮਾਲਕਾ, ਜਿਹੜੇ ਤੈਨੂੰ ਭਾ ਜਾਂਦੇ ਹਨ, ਉਹ ਤੇਰੇ ਨਾਮ ਦੇ ਵਿੱਚ ਰਚ ਜਾਂਦੇ ਹਨ। ਰਚਨਾ ਕੀ ਹੁੰਦਾ ਹੈ? ਘਿਓ ਖਿਚੜੀ ਹੋਣਾ। ਘਿਓ ਖਿਚੜੀ ਮਤਲਬ ਇੱਕਮਿਕ ਹੋਣਾ। ਉਹ ਤੇਰੇ ਨਾਲ ਇੱਕਮਿਕ ਹੋ ਜਾਂਦੇ ਆ। ਜਿਸ ਤਰ੍ਹਾਂ ਖੰਡ ਵਿੱਚ ਘਿਓ ਪਾਈਏ ਤੇ ਉਹ ਇੱਕਮਿਕ ਹੋ ਜਾਂਦੇ ਆ, ਇਸੇ ਤਰ੍ਹਾਂ ਹੀ ਜਿਹੜੇ ਤੇਰੇ ਨਾਮ ਦੇ ਵਿੱਚ ਰਚ ਗਏ, ਉਹ ਤੇਰੇ ਨਾਲ ਇੱਕਮਿਕ ਹੋ ਗਏ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਸਭ ਕੋ ਸੱਚੇ ਹਰਿ ਜੀਉ ਤੇਰਾ, ਗੁਰਮੁਖ ਮਿਲੇ ਤਾਂ ਚੁੱਕੈ ਫੇਰਾ। ਜਾਂ ਤੁਧ ਭਾਵੈ ਤਾਂ ਨਾਏ ਰਚਾਵੈ। ਜਿਹੜੇ ਤੈਨੂੰ ਭਾ ਜਾਂਦੇ, ਉਹਨਾਂ ਨੂੰ ਆਪਣੇ ਨਾਮ ਦੇ ਵਿੱਚ ਮਿਕਸ ਕਰ ਦੇਣਾ। ਤੂੰ ਆਪੇ ਨਾਮ ਜਪਾਵਣਿਆ, ਤੇ ਕਿਰਪਾ ਕਰਕੇ ਉਹਨਾਂ ਤੋਂ ਆਪ ਨਾਮ ਜਪਾਉਣਾ, ਆਪ ਦੇ ਵਿੱਚ ਮਿਲਾਉਣ ਵਾਸਤੇ, ਜਿਹੜੇ ਤੈਨੂੰ ਚੰਗੇ ਲੱਗ ਗਏ। ਜਿਵੇਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਅਨੰਨ ਪਿਆਰਾ ਸੇਵਕ ਹੈ, ਭਾਈ ਪਾਰੋ। ਬਹੁਤ ਪਿਆਰ ਕਰਦਾ ਸਤਿਗੁਰਾਂ ਨੂੰ। ਨਾਮ ਹੈ ਪਾਰੋ, ਡੱਲੇ ਪਿੰਡ ਦਾ ਰਹਿਣ ਵਾਲਾ। ਇੱਕ ਦਿਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਪਾਰੋ ਤੂੰ ਭਾਈ ਹੁਣ ਗੱਦੀ ਸਾਂਭ ਲੈ। ਕਹੋ ਸਤਨਾਮ ਸੇ, ਤੈਨੂੰ ਗੁਰਤਾ ਗੱਦੀ ਦੇ ਦਈਏ। ਭਾਈ ਪਾਰੋ ਕਹਿਣ ਲੱਗਿਆ, ਨਹੀਂ ਮਹਾਰਾਜ ਨਹੀਂ, ਇਹ ਤਾਂ ਕੰਮ ਇੱਥੋਂ ਨਹੀਂ ਹੋਣਾਗਾ, ਇਹ ਤਾਂ ਤੁਸੀਂ ਕਰ ਸਕਦੇ ਹੋ। ਸਤਿਗੁਰੂ ਅਮਰਦਾਸ ਜੀ ਕਹਿੰਦੇ, ਫਿਰ ਅਸੀਂ ਤਾਂ ਬਚਨ ਕਰਤਾ, ਹੁਣ ਤੈਨੂੰ ਅਸੀਂ ਆਪਦੇ ਵਿੱਚ ਮਿਲਾਉਣਾ। ਜਾਂ ਤਾਂ ਗੱਦੀ ਸਾਂਭ ਲੈ, ਤੇ ਜਾਂ ਫਿਰ ਸਰੀਰ ਛੱਡ ਕੇ ਆ ਜਾ, ਮੇਰੇ ਵਿੱਚ ਮਿਲ ਜਾ। ਤੋ ਭਾਈ ਪਾਰੋ ਜੀ ਨੂੰ ਪਰਮਹੰਸ ਕਹਿੰਦੇ ਸੀ। ਪਰਮਹੰਸ ਹੁੰਦਾ ਹੈ, ਹੰਸ ਹੁੰਦਾ ਹੈ ਜਾਨਵਰਾਂ ਵਿੱਚ ਕਹਿੰਦੇ। ਉਹਦੀ ਚੁੰਝ ਵਿੱਚ ਪਾਤਸ਼ਾਹ ਨੇ ਕੋਈ ਐਸੀ ਕਿਰਪਾ ਕੀਤੀ ਹੈ, ਜੋ ਦੁੱਧ ਦੇ ਵਿੱਚ ਚੁੰਝ ਪਾਉਂਦਾ, ਦੁੱਧ ਫਟ ਜਾਂਦਾ, ਪਾਣੀ ਅੱਡ ਹੋ ਜਾਂਦਾ, ਫੁੱਟੀਆਂ ਅੱਡ ਹੋ ਜਾਂਦੀਆਂ, ਤੇ ਫੁੱਟੀਆਂ ਫੁੱਟੀਆਂ ਖਾਂਦਾ, ਪਾਣੀ ਛੱਡ ਜਾਂਦਾ। ਮਤਲਬ ਕਿ ਮਨੁੱਖ ਨੂੰ ਪਰਮਹੰਸ ਜਾਂ ਬ੍ਰਹਮ ਗਿਆਨੀ ਕਿਉਂ ਕਿਹਾ? ਕਿ ਉਹਨੂੰ ਚੰਗੇ ਮਾੜੇ ਦੀ ਪਛਾਣ ਹੋ ਗਈ। ਚੰਗਾ ਚੰਗਾ ਗ੍ਰਹਿਣ ਕਰ ਲੈਂਦਾ, ਮਾੜਾ ਛੱਡ ਦਿੰਦਾ। ਕਹੋ ਸਤਨਾਮ ਸ੍ਰੀ। ਇਸ ਕਰਕੇ ਭਾਈ ਪਾਰੋ ਨੂੰ ਪਰਮਹੰਸ ਕਿਹਾ ਜਾਂਦਾ ਸੀ। ਭਾਈ ਪਾਰੋ ਨੇ ਜਵਾਬ ਦੇ ਦਿੱਤਾ, ਕਹਿੰਦਾ ਨਾ ਜੀ, ਮੈਂ ਗੱਦੀ ਤਾਂ ਨਹੀਂ ਸਾਂਭ ਸਕਦਾ, ਇਹ ਤਾਂ ਤੁਹਾਡਾ ਹੀ ਕੰਮ ਹੈ। ਚੰਗਾ, ਫਿਰ ਮੈਂ ਤੈਨੂੰ ਆਪਣੇ ਵਿੱਚ ਮਿਲਾਉਣਾ, ਤੂੰ ਜਾ, ਇਹ ਸਰੀਰ ਛੱਡ ਕੇ ਮੇਰੇ 'ਚ ਮਿਲ ਜਾ। ਕਹਿੰਦਾ ਜੀ ਇਹ ਠੀਕ ਆ। ਭਾਈ ਪਾਰੋ ਘਰੇ ਗਿਆ, ਤੇ ਘਰ ਜਾ ਕੇ ਇਸ ਨੇ 3 ਚੀਜ਼ਾਂ ਪਾਸੇ ਕਰ ਲਈਆਂ। ਇੱਕ ਰੇਸ਼ਮੀ ਕੱਪੜੇ ਦਾ ਥਾਨ, ਇੱਕ ਰੁਪਈਆਂ ਦੀ ਥੈਲੀ, ਤੇ ਇੱਕ ਘੋੜੀ। ਇਹ 3 ਚੀਜ਼ਾਂ ਸਿੱਖਾਂ ਨੂੰ ਦੇ ਦਿੱਤੀਆਂ। 2-3 ਆਪਣੇ ਮਿੱਤਰਾਂ ਨੂੰ ਫੜਾਤੀਆਂ ਵੀ ਇਹ 3 ਚੀਜ਼ਾਂ ਮੇਰੇ ਸਰੀਰ ਛੱਡਣ ਤੋਂ ਬਾਅਦ ਗੁਰੂ ਸਾਹਿਬ ਨੂੰ ਦੇ ਆਇਓ, ਤੇ ਨਾਲੇ ਦੱਸ ਦਿਓ ਜੀ ਭਾਈ ਪਾਰੋ ਆ ਗਿਆ ਸਰੀਰ ਛੱਡ ਕੇ। ਤੋ ਬਾਕੀ ਦਾ ਸਮਾਨ ਸਾਰਾ ਉਹਨੇ ਜੋ ਵੀ ਉਹਦੇ ਕੰਮ ਦਾ ਨਹੀਂ ਸੀ, ਸਭ ਵੰਡ ਦਿੱਤਾ ਲੋਕਾਂ ਨੂੰ। ਤੇ ਆਪਣੇ ਘਰ ਦੇ ਵਿੱਚ ਜਾ ਕੇ ਉਸਨੇ ਸਰੀਰ ਤਿਆਗ ਦਿੱਤਾ। ਤੇ ਜਦ ਸਰੀਰ ਛੱਡ ਦਿੱਤਾ, ਤੇ ਸਿੱਖ ਜਿਹੜੇ ਸਨ ਉਹ 3 ਚੀਜ਼ਾਂ ਲੈ ਕੇ ਗੁਰੂ ਅਮਰਦਾਸ ਜੀ ਕੋਲ ਆਏ। ਕਹਿੰਦੇ ਜੀ ਪਾਰੋ ਸਰੀਰ ਤਿਆਗ ਗਿਆ, ਤੇ ਆਹ 3 ਚੀਜ਼ਾਂ, ਇੱਕ ਚਾਂਦੀ ਦੇ ਰੁਪਈਆਂ ਦੀ ਥੈਲੀ, ਇੱਕ ਆ ਰੇਸ਼ਮੀ ਕੱਪੜੇ ਦਾ ਥਾਨ, ਅਤੇ ਇੱਕ ਆ ਘੋੜੀ, ਇਹ 3 ਚੀਜ਼ਾਂ ਤੁਹਾਨੂੰ ਭੇਟ ਕੀਤੀਆਂ ਉਸਨੇ। ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ 3 ਚੀਜ਼ਾਂ ਅੱਗੇ ਆਪਣੇ ਅਨੰਨ ਪਿਆਰੇ ਸੇਵਕ ਭਾਈ ਜੇਠਾ ਜੀ ਰਾਮਦਾਸ ਨੂੰ ਦੇ ਦਿੱਤੀਆਂ।
ਔਰ ਰਾਮਦਾਸ ਜੀ ਨੂੰ ਕਹਿਣ ਲੱਗੇ, ਲੈ ਵੀ ਜੇਠਿਆ, ਅੱਜ ਤੋਂ ਬਾਅਦ ਤੂੰ ਗੁਰੂ ਹੋਵੇਂਗਾ, ਇਸ ਘੋੜੀ ਤੇ ਤੂੰ ਹੀ ਚੜ੍ਹਨਾ, ਇਹ ਮਾਇਆ ਦੀ ਥੈਲੀ ਵੀ ਤੂੰ ਲੈ ਲਾ, ਤੇਰੇ ਘਰ ਵਿੱਚ ਮਾਇਆ ਬਹੁਤ ਆਵੇਗੀ, ਜਿਵੇਂ ਹੁਣ ਹਰਿਮੰਦਰ ਸਾਹਿਬ ਬੇਅੰਤ ਮਾਇਆ ਆਉਂਦੀ ਆ। ਇਹ ਤੀਜੇ ਪਾਤਸ਼ਾਹ ਨੇ ਚੌਥੇ ਨੂੰ ਬਚਨ ਕੀਤਾ ਸੀ। ਔਰ ਆਹ ਰੇਸ਼ਮੀ ਕੱਪੜਾ ਜਿਹੜਾ ਮੈਂ ਤਾਂ ਖੱਦਰ ਦੇ ਨਾਲ ਟਾਈਮ ਟਪਾ ਲਿਆ, ਤੇ ਤੂੰ ਰੇਸ਼ਮੀ ਪੁਸ਼ਾਕਾਂ ਪਹਿਨਣੀਆਂ, ਤੂੰ ਤਾਂ ਬਾਦਸ਼ਾਹ ਹੈ, ਬਾਦਸ਼ਾਹ। ਕਹੋ ਸਤਨਾਮ ਸ੍ਰੀ। तो भाई गुरदास जी लिखता, बैठा सोढ़ी पातशाह, बैठा सच्चा पातशाह, रामदास सतगुरु कहावे। उतों सोढ़ी जिहड़े सन ओह चल पई लड़ी चौथे पातशाह तो फिर चौथे पातशाह जी ने फिर शाही ठार दे नाल रहना शुरू किया, रेशमी कपड़े पाने। तो कहण तो भाव है, इयों भाई पारो जी नूं गुरु रामरदास जी ने अपने विच मिलाया। इत्थे नहीं गल रुकी, जदों छेवें पातशाह जी का समा आया ना, तो छेवें पातशाह जी की शादी करनी सी। तो पिछले दिनी आपां विचार सरवण कीती किस तरह चंदू दे लागी सगन करन वास्ते जदों आउंदे आ, तो उदों पहलां सिखां ने चिट्ठी भेजती दिल्ली तो भी महाराज चंदू का साक नहीं लैना, ये हंकारी बंदा है, ये गुरु घर नूं माड़ा बोलदा। जदों चिट्ठी सारी पढ़ के संगत में सुनाई, उधरों शगन वास्ते तैयारी हो चुकी सी। गुरु हरगोबिंद साहब जी गद्दी ते बह गए सी आके, ते उधरों गुरु प्यारो लागी उठ खड़े शगन पाउण नूं, उधरों चिट्ठी पढ़ के सुनाती, उत्थे ही शगन पाउणा रुक गया। तो सतगुरु अर्जन देव जी कहने, भाई चंदू नूं कह दिओ वो चवारा, किसी चवारे नाले नाल ही मत्था ला ले, सानूं तां गरीब सिखां दी लोड़ है। कहो सतनाम, सानूं तां साडे वर्गे गरीब ही ठीक आ। भाव चंदू दे लागियां नूं सगन पाउण तो रोकता। जदों ये गल कही पंजवें पातशाह जी ने भी सानूं तां साडे गरीब सिख ही मंजूर है, असीं अमीरां नाल मत्था नहीं लाउणा, वो किसी चवारे वाले नाल ही मत्था ला लवे। उन्हें कहा सीगा लागियां नूं कि तुसी चवारे दी इट मोरी चला आए, अपने आप नूं वड्डा दस्सिया, गुरु घर नूं मोरी जिथों दी घर दा पानी निकलदा बाहर नूं, गुरु घर नूं इन्ना नीवा दस्सिया। उसने वैसे तो नीवा है, पर नीवा उस तरह नहीं जिवें उहने कहा सी। कहो सतनाम श्री। उहनूं जवाब दे दिता। ते फिर उस वेले भी भाई पारो दी वंश विचों ही एक सिख उठिया। भाई पारो का पोता जां परपोता जां पुत्र जिहड़ा है वो उठिया। वो कहन लग्या, जी बेनती आ भी मेरी लड़की विआहण जोग है, जे कहो तो मैं सगन पा दियां। हाँ हाँ सिखा तू पा दे भाई। कहो सतनाम। वो डल्ले का ही वंश विचों सीगा, डल्ले पिंड का रहन वाला भाई पारो दी वंश विचों सी, जिसने अपनी लड़की हरगोबिंद साहब जी की पहली सुपत्नी माता दमोदरी जी वड्डे पत्नी जी सन, जिन्हां दा वो पिता सी। ये डल्ले दी रहन वाले और भाई पारो दी वंश विचों सी। कहण तो भाव है, जिन्हों सतगुरु जां परमेश्वर विच मिलाउणा चाहे उहनूं जिवें किवें करके मिला ही लैंदा। कहो सतनाम श्री। गल कर रहे सी, जां तुद भावै तां नाए रचावै, जिहड़े तैनूं भागे उहनां नूं अपने नाम दे विच रचा लैना। जिवें खंड विच घिओ मिल जांदा, शक्कर विच घिओ मिल जांदा, जिवें धरती विच पानी मिक्स हो जाता, तू आए मिला लैना। तू आपे नाउं जपावनिया, उन्हां दे सिर ते हथ रख के तू आप ही नाउं जपाउंदा है। गुरमती हर मन वसाया, ते जिन्हां ते गुरु की कृपा हो जाती है, जिन्हां नूं गुरु की मत प्राप्त हो जाती है, वो नाम जपदे आ, वो हरी नूं हिरदे विच वसा लैंदे आ, परमेश्वर नाल एकमिक हो जाते आ। हर का सेवक सो हर जेहा, भेद न जाणो मानस देहा। जिवें भाई पारो एकमिक हो जाते आ परमात्मा दे नाल। गुरमती गुरु की मत लैके हर मन वसाया, हरी हिरदे विच वस गया। हर खसोग सब मोह गवाया, ते उन्हां दे अंदर जदों हरी आके बह गया, तो फिर उत्थों विकार निकल गए। उठ वंजो किल वेखो करता घर आया। इस हिरदे का मालक शब्द जदों ये विच वस गया, सही ढंग दे नाल परमेश्वर का नाम का वासा हो गया, फिर ये विचों विकारां का खात्मा हो गया। हर खसोग भाव खुशी ते गमी,
ਕਿਸੇ ਕਾਰਨ ਖੁਸ਼ੀ ਆਈ ਤੇ ਨਾ ਖੁਸ਼ੀ ਵਿੱਚ ਬਹੁਤੇ ਖੁਸ਼ ਹੁੰਦੇ ਆ, ਨਾ ਦੁੱਖ ਵੇਲੇ ਬਹੁਤੇ ਦੁਖੀ ਹੁੰਦੇ ਆ। ਜਿਵੇਂ ਭਾਈ ਭਿਖਾਰੀ ਦਾ ਜੀਵਨ। ਥੋੜ੍ਹੇ ਦਿਨ ਪਹਿਲਾਂ ਲੜਕੇ ਦੀ ਸ਼ਾਦੀ ਹੈ ਤੇ ਸ਼ਾਦੀ ਕਰਕੇ ਘਰੇ ਆਏ ਹਨ ਬਰਾਤ ਲੈ ਕੇ, ਤੇ ਦੂਜੇ ਦਿਨ ਤੜਕੇ ਨੂੰ ਲੜਕਾ ਗੁਜ਼ਰ ਗਿਆ। ਪਰ ਦੋਨਾਂ ਸਮਿਆਂ ਵਿੱਚ ਇੱਕੋ ਜਿਹੇ ਰਹਿਣ ਵਾਲੇ ਭਾਈ ਭਿਖਾਰੀ ਜੀ ਨੇ ਦੱਸਿਆ ਗੁਰਮੁਖਾਂ ਦਾ ਜੀਵਨ ਕਿਹੋ ਜਿਹਾ ਹੁੰਦਾ। ਹਰਖ ਸੋਗ ਸਾ ਮੋਹ ਗਵਾਇਆ, ਉਹਨਾਂ ਦੇ ਹਿਰਦੇ ਵਿੱਚੋਂ ਖੁਸ਼ੀ ਗਮੀ ਦਾ ਮੋਹ ਹੈ, ਜਿਹੜਾ ਦੁੱਖ ਹੈ ਜਿਹੜਾ, ਇਹ ਸਭ ਖਤਮ ਹੋ ਜਾਂਦਾ ਹੈ। ਇੱਕ ਸਿਉ ਲਿਵ ਲਾਗੀ ਸਰਹੀ, ਉਹ ਇੱਕ ਨਾਲ ਜੁੜ ਜਾਂਦੇ ਹਨ, ਹਮੇਸ਼ਾ ਇੱਕ ਦੇ ਵਿੱਚ ਮਿਲੇ ਰਹਿੰਦੇ ਹਨ। ਹਰ ਨਾਮ ਮਨ ਵਸਾਵਣਿਆ, ਜਿਹੜੇ ਹਰੀ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਹਨ। ਭਗਤ ਰੰਗ ਰਾਤੇ ਸਦਾ ਤੇਰਾ ਚਾਏ, ਤੇਰੇ ਭਗਤ ਤੇਰੇ ਰੰਗ ਵਿੱਚ ਰੰਗੇ ਹੋਏ, ਉਹਨਾਂ ਨੂੰ ਚਾਅ ਚੜ੍ਹਿਆ ਰਹਿੰਦਾ। ਪ੍ਰਭ ਮਿਲਣੇ ਕਾ ਚਾਓ, ਇਹ ਚਾਅ ਉਹਨਾਂ ਨੂੰ ਚੜ੍ਹਿਆ ਰਹਿੰਦਾ। ਬਾਣੀ ਦੇ ਵਿੱਚ ਬਚਨ ਹੈ, ਸ਼ਬਦ ਪ੍ਰਭ ਮਿਲਣੇ ਕਾ ਚਾਓ, ਮੈਨੂੰ ਪਰਮੇਸ਼ਰ ਦੇ ਮਿਲਣ ਦਾ ਚਾਅ ਹੈ। ਜਿਨ੍ਹਾਂ ਨੂੰ ਇਹ ਚਾਅ ਚੜ੍ਹ ਜਾਂਦਾ ਹੈ, ਉਹ ਫਿਰ ਦਿਨ ਰਾਤ ਇਸੇ ਪਾਸੇ ਲੱਗੇ ਰਹਿੰਦੇ ਆ, ਉਹ ਹਮੇਸ਼ਾ ਉਹਦੇ ਨਾਲ ਜੁੜੇ ਰਹਿੰਦੇ ਨੇ। ਉਹਨਾਂ ਦੇ ਅੰਦਰ ਤੈਨੂੰ ਮਿਲਣ ਦਾ ਚਾਅ ਪੈਦਾ ਹੋ ਜਾਂਦਾ। ਤੇ ਜਿਨ੍ਹਾਂ ਦੇ ਅੰਦਰ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦਾ, ਗੁਰੂ ਪਿਆਰਿਓ, ਇੱਕ ਜਿਹੜੀ ਹੈ ਦੀਰਘ ਇੱਕ ਵੱਡੀ ਇੱਛਾ ਪੈਦਾ ਹੋ ਜਾਵੇ, ਫਿਰ ਉਹ ਉਸੇ ਪਾਸੇ ਚਲੇ ਜਾਂਦੇ ਆ। ਸੰਸਾਰੀ ਤੌਰ 'ਤੇ ਕਿਸੇ ਵਸਤੂ ਦੇ ਉੱਤੇ ਮਨ ਆ ਗਿਆ, ਉਹਨੂੰ ਪ੍ਰਾਪਤ ਕਰਨ ਵਾਸਤੇ ਸਾਰਾ ਜ਼ੋਰ ਲਾ ਦਿੰਦੇ ਆ। ਤੇ ਜਿਨ੍ਹਾਂ ਦਾ ਮਨ ਪਰਮੇਸ਼ਰ 'ਤੇ ਆ ਗਿਆ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੀ ਇੱਛਾ ਧਾਰ ਲਈ, ਉਹਨਾਂ ਨੂੰ ਦਿਨ ਰਾਤ ਚਾਅ ਚੜ੍ਹਿਆ ਰਹਿੰਦਾ। ਉਹ ਚਾਅ ਦੇ ਵਿੱਚ ਉੱਠਦੇ ਆ, ਭੱਜਦੇ ਆ, ਮਿਲਦੇ ਆ, ਨਾਮ ਜਪਦੇ ਆ, ਭਗਤੀ ਦੇ ਵਿੱਚ ਲੱਗੇ ਰਹਿੰਦੇ ਨੇ। ਕਦੋਂ ਮੈਨੂੰ ਮਾਲਕ ਮਿਲੇ, ਉਹਨਾਂ ਨੂੰ ਚਾਅ ਚੜ੍ਹਿਆ ਰਹਿੰਦਾ ਮਿਲਣ ਦਾ। ਪ੍ਰੀਤਮ ਜੀ ਕਹਿੰਦੇ, ਭਗਤ ਰੰਗ ਰਾਤੇ ਸਦਾ ਤੇਰਾ ਚਾਏ, ਨੌ ਨਿਧ ਨਾਮ ਵਸਿਆ ਮਨ ਆਏ। ਤੇ ਜਿਨ੍ਹਾਂ ਨੂੰ ਮਿਲਣ ਦਾ ਸ਼ੌਂਕ ਪੈਦਾ ਹੋ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਮਿਲਣ ਦਾ ਚਾਅ ਚੜ੍ਹ ਜਾਂਦਾ ਹੈ, ਉਹ ਹਮੇਸ਼ਾ ਤੇਰੇ ਰੰਗ ਵਿੱਚ ਰੰਗੇ ਰਹਿੰਦੇ ਆ। ਉਹਨਾਂ ਨੂੰ ਨੌ ਨਿਧ ਨਾਮ ਵਸਿਆ ਮਨ ਆਏ। ਸਾਰੇ ਖਜ਼ਾਨਿਆਂ ਦਾ ਜਿਹੜਾ ਗੁਰੂ ਪਿਆਰਿਓ ਦੇਣ ਵਾਲਾ ਦਾਤਾ ਹੈ ਪਰਮੇਸ਼ਰ, ਪਰਮੇਸ਼ਰ ਦਾ ਨਾਮ, ਉਹ ਨਾਮ ਉਹਨਾਂ ਦੇ ਹਿਰਦੇ ਵਿੱਚ ਆ ਗਿਆ। ਉੱਠ ਵੰਝੋ ਕਿਲ ਵੇਖੋ ਕਰਤਾ ਘਰੇ ਆਇਆ। ਉਹਨਾਂ ਦੇ ਹਿਰਦੇ ਵਿੱਚ ਜਦੋਂ ਹਰੀ ਦਾ ਵਾਸਾ ਹੋ ਗਿਆ, ਉੱਥੋਂ ਵਿਕਾਰ ਭੱਜ ਗਏ। ਜਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬਾਂ ਦਾ ਪ੍ਰਕਾਸ਼ ਕਰਨਾ ਹੈ, ਤੇ ਉਸ ਤੋਂ ਪਹਿਲਾਂ ਚੰਗੀ ਤਰ੍ਹਾਂ ਸਫਾਈ ਕਰਦੇ ਹਾਂ। ਕਮਰੇ ਵਿੱਚੋਂ ਵਾਧੂ ਘਾਟੂ ਸਾਰਾ ਸਮਾਨ ਬਾਹਰ ਕੱਢ ਦਿੰਦੇ ਹਾਂ, ਤੇ ਫਿਰ ਉੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ। ਇਸੇ ਤਰ੍ਹਾਂ ਹੀ ਹਿਰਦੇ ਵਿੱਚੋਂ ਵੀ ਵਾਧੂ ਘਾਟੂ ਸਮਾਨ ਹੈ ਜਿਹੜਾ, ਉਹਨੂੰ ਬਾਹਰ ਕੱਢ ਕੇ ਫਿਰ ਇਹਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੁੰਦਾ। ਪ੍ਰੀਤਮ ਜੀ ਕਹਿੰਦੇ, ਜਦੋਂ ਹਰੀ ਦਾ ਨਾਮ ਹਿਰਦੇ ਵਿੱਚ ਆ ਕੇ ਵਸ ਗਿਆ, ਤੇ ਫਿਰ ਉਹ ਬਚਨ ਪਾਤਸ਼ਾਹ ਨੇ ਬਾਣੀ 'ਚ ਕੀਤਾ, ਉੱਠ ਵੰਝੋ ਕਿਲ ਵੇਖੋ ਕਰਤਾ ਘਰੇ ਆਇਆ। ਪਾਪੋ ਭੱਜ ਜਾਓ, ਵਿਕਾਰੋ ਭੱਜ ਜਾਓ। ਹੁਣ ਇਸ ਦਾ ਮਾਲਕ ਸ਼ਬਦ ਪਰਮੇਸ਼ਰ ਜਿਹੜਾ ਹੈ, ਇਹਦੇ ਵਿੱਚ ਬੈਠਣ ਲਈ ਆ ਗਿਆ। ਫਿਰ ਕੀ ਹੁੰਦਾ ਹੈ? ਪ੍ਰੀਤਮ ਜੀ ਕਹਿੰਦੇ, ਨੌ ਨਿਧ ਨਾਮ ਵਸਿਆ ਮਨ ਆਏ। ਉਹ ਨੌ ਨਿਧੀਆਂ 18 ਸਿੱਧੀਆਂ ਦਾ, ਖਜ਼ਾਨਿਆਂ ਦਾ ਮਾਲਕ ਜਿਹੜਾ, ਉਹ ਆ ਕੇ ਹਿਰਦੇ ਵਿੱਚ ਵਸ ਗਿਆ। ਪੂਰੇ ਭਾਗ ਸਤਿਗੁਰ ਪਾਇਆ। ਐਸਾ ਪਰਮੇਸ਼ਰ ਦਾ ਪਿਆਰਾ ਗੁਰੂ ਦੇ ਰੂਪ ਦੇ ਵਿੱਚ ਮੈਨੂੰ ਵੱਡੇ ਭਾਗਾਂ ਨਾਲ ਮਿਲਿਆ। ਜਿਹੜੇ ਪਰਮੇਸ਼ਰ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਨਾਲ ਮਿਲਾਪ ਜਿਹੜਾ ਹੁੰਦਾ, ਬੜੇ ਭਾਗਾਂ ਵਾਲਿਆਂ ਨੂੰ ਹੁੰਦਾ। ਜਿਸ ਤਰ੍ਹਾਂ ਪ੍ਰੀਤਮ ਦਾ ਬਚਨ ਹੈ ਬਾਣੀ ਵਿੱਚ, ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ। ਜਦੋਂ ਕਿਸੇ ਦੇ ਪੂਰਬਲੇ ਕਰਮ ਉਗੜਦੇ ਆ, ਜਿਵੇਂ ਅਸੀਂ ਖੇਤ ਵਿੱਚ ਦਾਣਾ ਬੀਜਦੇ ਹਾਂ, ਉਹ ਅੰਕੁਰ ਮਾਰਦਾ ਹੈ, ਭਾਵ ਫੁੱਟਦਾ ਹੈ, ਤੂਈ ਨਿਕਲਦੀ ਹੈ, ਜਦੋਂ ਉਹਨੂੰ ਕਹਿੰਦੇ ਆ ਅੰਕੁਰ।
ਇਸੇ ਤਰ੍ਹਾਂ ਹੀ ਸਾਡੇ ਪੂਰਬਲੇ ਚੰਗੇ ਭਾਗ ਵੀ ਫੁੱਟਦੇ ਆ ਜਦੋਂ ਅੰਕੁਰ ਨਿਕਲਦਾ, ਜੇ ਭਾਵ ਜਦੋਂ ਉਹਨਾਂ ਦਾ ਸਮਾਂ ਆਉਂਦਾ। ਪੂਰਬ ਕਰਮ ਅੰਕੁਰ ਜਾਂ ਭਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਅਤੇ ਉਹ ਚੰਗੇ ਕਰਮ ਕਦੋਂ ਮੂਹਰੇ ਆਉਂਦੇ ਆ? ਜਦੋਂ ਸਮਾਂ ਬਣਦਾ ਹੈ। ਭਾਵ ਦਾਣਾ ਕਦੋਂ ਉਗੜਦਾ? ਜਦੋਂ ਉਸ ਨੂੰ ਮਿੱਟੀ ਅਤੇ ਪਾਣੀ ਮਿਲਦਾ ਅਤੇ ਗਰਮੈਸ਼ ਮਿਲਦੀ, ਤਿੰਨ ਚੀਜ਼ਾਂ ਮਿਲਦੀਆਂ ਫਿਰ ਦਾਣਾ ਉਗੜਦਾ। ਬੁਖਾਰੀ 'ਚ ਪਿਆ ਦਾਣਾ ਕਦੇ ਨਹੀਂ ਉਗੜਦਾ। ਜਦੋਂ ਦਾਣਾ ਉਗੜਦਾ ਕਦੋਂ? ਜਦੋਂ ਇਹ ਤਿੰਨ ਚੀਜ਼ਾਂ ਨੂੰ ਮਿਲਦੀਆਂ। ਇਸੇ ਤਰ੍ਹਾਂ ਸਾਡੇ ਚੰਗੇ ਕਰਮ ਉਦੋਂ ਫੁੱਟਦੇ ਆ ਜਦੋਂ ਅਸੀਂ ਸਤਸੰਗ ਵਿੱਚ ਆਉਂਦੇ ਹਾਂ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਅੱਗੇ ਲਿਖਦੇ ਹਨ ਕਿ ਜਨਮਾਂ ਜਨਮਾਂਤਰਾਂ ਤੋਂ ਇਹ ਸਾਡੀ ਆਤਮਾ ਸੁੱਤੀ ਪਈ ਸੀ, ਫਿਰ ਗੁਰੂ ਇਹਨੂੰ ਜਗਾਉਂਦਾ। ਜਗਾਉਣ ਵਾਸਤੇ ਘਰੋਂ ਨਿਕਲਿਆ, ਚਾਰ ਉਦਾਸੀਆਂ ਕੀਤੀਆਂ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਤੂੰ ਸੁਚੇਤ ਕੀਤਾ। ਜਗਾਉਣ ਦਾ ਮਤਲਬ ਸੁਚੇਤ ਕਰਨਾ। ਸਾਨੂੰ ਸੁਚੇਤ ਕੀਤਾ ਸਤਿਗੁਰਾਂ ਨੇ। ਪ੍ਰੀਤਮ ਜੀ ਕਹਿੰਦੇ, ਨੌ ਨਿਧ ਨਾਮ ਵਸਿਆ ਮਨ ਆਏ, ਪੂਰੇ ਭਾਗ ਸਤਿਗੁਰ ਪਾਇਆ। ਵੱਡੇ ਭਾਗਾਂ ਨਾਲ ਗੁਰੂ ਮਿਲਿਆ ਆਪਾਂ ਨੂੰ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਨਹੀਂ ਤਾਂ ਬਹੁਤ ਦੁਨੀਆ ਦੇਖ ਰਹੇ ਆ, ਵਿਚਾਰੇ ਜੰਮਦੇ ਆ ਮਰੀ ਜਾਂਦੇ ਆ, ਬਹੁਤ ਸਾਰੇ ਜ਼ਿੰਦਗੀ ਦੁੱਖਾਂ ਦੇ ਵਿੱਚ ਹੀ ਲੰਘਾ ਜਾਂਦੇ ਆ, ਗਰੀਬੀ ਵਿੱਚ ਲੰਘਾ ਜਾਂਦੇ ਆ, ਜਾਂ ਫਿਰ ਕਈ ਐਸੀ ਚਲੇ ਜਾਂਦੇ ਆ ਜਿਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਲੈਣ ਕੀ ਆਇਆ। ਕਰਤੂਤ ਪਸ਼ੂ ਕੀ ਮਾਨਸ ਜਾਤ। ਪਸ਼ੂਆਂ ਦੇ ਵਰਗੀ ਜ਼ਿੰਦਗੀ ਵੀ ਬਹੁਤਿਆਂ ਦੀ ਬਤੀਤ ਹੋ ਜਾਂਦੀ ਆ। ਪਰ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਸਮੇਂ ਨਾਲ ਸੋਝੀ ਆ ਗਈ ਔਰ ਗੁਰੂ ਮਿਲ ਗਿਆ, ਗੁਰੂ ਦੇ ਪਿਆਰਿਆਂ ਦੀ ਸੰਗਤ ਹੋ ਗਈ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੋ ਗਈ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਪ੍ਰੀਤਮ ਜੀ ਕਹਿੰਦੇ, ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੈ ਮੇਲ ਮਿਲਾਵਣਿਆ। ਤੂੰ ਦਇਆਲ ਸਦਾ ਸੁਖ ਦਾਤਾ। ਇੱਥੇ ਫਿਰ ਪਰਮੇਸ਼ਰ ਦੀ ਸਿਫਤ ਕਰਦੇ ਆ ਸਤਿਗੁਰੂ ਅਮਰਦਾਸ ਮਹਾਰਾਜ ਜੀ, ਕਿਉਂਕਿ ਇਹਨਾਂ ਦੀ ਆਪ ਦੀ ਜ਼ਿੰਦਗੀ ਦੀ ਇਹ ਘਟਨਾ ਹੈ। ਇਹਨਾਂ ਨੇ ਆਪ ਇਹ ਤਜਰਬਾ ਕੀਤਾ ਕਿ 65 ਸਾਲ ਤੱਕ ਮੇਰੇ ਅੰਦਰ ਕੋਈ ਬਦਲਾਅ ਨਹੀਂ ਆਇਆ, ਪਰ ਜਿੱਦਣ ਮੈਨੂੰ ਗੁਰੂ ਅੰਗਦ ਦੇਵ ਜੀ ਮਿਲੇ ਉਸ ਦਿਨ ਤੋਂ ਹੀ ਮੇਰੀ ਜ਼ਿੰਦਗੀ ਵਿੱਚ ਬਹੁਤ ਕੁਝ ਘਟਨਾਵਾਂ ਘਟੀਆਂ, ਬਹੁਤ ਬਦਲਾਅ ਆਇਆ। ਅਤੇ ਜਿੱਦਣੇ ਗੁਰੂ ਅੰਗਦ ਦੇਵ ਜੀ ਨੇ ਗੱਦੀ 'ਤੇ ਬਿਠਾ ਦਿੱਤਾ, ਆਪਣੀ ਬਖਸ਼ਿਸ਼ ਕਰ ਦਿੱਤੀ ਗੁਰੂ ਪਿਆਰਿਓ, ਅਤੇ ਨਾਲ ਜਦੋਂ ਬਚਨ ਕੀਤੇ, ਤੂੰ ਤਾਂ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ। 12 ਵਰ ਦਿੱਤੇ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ। ਨਾਲੇ ਦਸਤਾਰ ਬੰਨੀ ਗਏ, ਪੁਰਾਣੇ ਸਰੋਪੇ ਸੀਸ ਤੋਂ ਲਾਹ ਕਰਕੇ ਨਵੀਂ ਦਸਤਾਰ ਦੇ ਦਿੱਤੀ, ਅਤੇ ਨਾਲੇ ਬਖਸ਼ਾਂ ਕਰੀ ਗਏ। ਤਾਂ ਫਿਰ ਉਹ ਗੁਰੂ ਅਮਰਦਾਸ ਜੀ ਉਸ ਗੱਦੀ 'ਤੇ ਬੈਠਣ ਤੋਂ ਬਾਅਦ ਜਿਹੜੀ ਉਹਨਾਂ ਵਿੱਚ ਬਦਲਾਅ ਆਇਆ, ਘਟਨਾ ਘਟੀ, ਜਿਹੜੀ ਉਹਨਾਂ ਦੇ ਅੰਦਰ ਜਿਹੜੀ ਸ਼ਕਤੀ ਆਈ ਨਾ, ਉਹ ਉਹਨਾਂ ਨੂੰ ਪਤਾ ਹੈ, ਜਿਹੜੀ ਉਹਨਾਂ ਫੀਲ ਕੀਤੀ ਅੰਦਰੋਂ। ਉਹ ਸ਼ਕਤੀ ਦੇ ਵਿੱਚ ਤਾਂ ਮੁਰਦਿਆਂ ਨੂੰ ਜੀਵਨ ਦੇਣ ਦੀ ਤਾਕਤ ਵੀ ਹੈ। ਕਹੋ ਸਤਿਨਾਮ ਸ੍ਰੀ। ਇਸ ਕਰਕੇ ਪ੍ਰੀਤਮ ਜੀ ਕਹਿੰਦੇ, ਹੁਣ ਤੂੰ ਦਇਆਲ ਸਦਾ ਸੁਖ ਦਾਤਾ, ਤੂੰ ਬੜਾ ਦਿਆਲੂ ਹੈ, ਤੂੰ ਸੁੱਖਾਂ ਦਾ ਘਰ ਹੈ, ਤੂੰ ਆਪੇ ਮਿਲੇ ਗੁਰਮੁਖ ਜਾਤਾ। ਗੁਰੂ ਨੂੰ ਮਿਲ ਕੇ ਮੈਨੂੰ ਪਤਾ ਲੱਗਿਆ, ਅਤੇ ਇਹ ਵੀ ਤੇਰੀ ਕਿਰਪਾ ਹੋਈ। ਨਹੀਂ ਮੈਨੂੰ ਕੀ ਪਤਾ ਸੀਗਾ, ਜੇ ਉਹ ਬ੍ਰਹਮਚਾਰੀ ਉਹਦੇ ਚੋਟ ਨਾ ਕਰਕੇ ਜਾਂਦਾ ਬਈ ਅਮਰਦਾਸ ਤੇਰਾ ਗੁਰੂ ਕੌਣ ਹੈ। ਇਹ ਵੀ ਤੂੰ ਹੀ ਉਹਦੇ ਮੈਨੂੰ ਕਿਰਪਾ ਕਰਕੇ ਜਗਾਇਆ। ਗੁਰਮੁਖ ਤੂੰ ਆਪੇ ਮੇਲੇ ਗੁਰਮੁਖ ਜਾਤਾ, ਤੂੰ ਆਪੇ ਦੇਵੇਂ ਨਾਮ ਵਡਾਈ। ਆਪੇ ਹੀ 12 ਸਾਲ ਪਾਣੀ ਢੋਂਦੇ ਰਹੇ ਨਾ। ਜਦੋਂ 12 ਸਾਲਾਂ ਬਾਅਦ ਦੇਖਿਆ ਗੁਰੂ ਅੰਗਦ ਦੇਵ ਜੀ ਨੇ ਹੁਣ ਇਹਨਾਂ ਦੀ ਸ਼ਕਤੀ ਆ ਗਈ ਆ, ਇਹਨਾਂ ਦੀ ਸੇਵਾ ਜਿਹੜੀ ਹੈ ਪੂਰੀ ਹੋ ਗਈ ਆ, ਫਿਰ ਨਾਮ ਦੀ ਵਡਿਆਈ ਦਿੱਤੀ। ਭਾਵੇਂ ਕਿ ਸਿਮਰਨ ਉਦੋਂ ਪਹਿਲਾਂ ਵੀ ਕਰਦੇ ਸੀ, ਸੇਵਾ ਵੀ ਕਰਦੇ ਸੀ, ਪਰ ਜਿਹੜੀ ਉਦੋਂ ਬਖਸ਼ਿਸ਼ ਹੋਈ ਨਾ ਗੱਦੀ 'ਤੇ ਬਿਠਾਉਂਦਿਆਂ ਹੋਇਆਂ, ਧਿਆਨ ਦਿਓ, ਪੱਗ ਦਿੰਦਿਆਂ ਹੋਇਆਂ, ਉਹ ਵਡਿਆਈ ਤਾਂ ਫਿਰ ਅਲੱਗ ਹੀ ਆ। ਉਹਨੂੰ ਤਾਂ ਉਹੀ ਜਾਣਦਾ ਜਿਹਨੇ ਪ੍ਰਾਪਤ ਕੀਤੀ ਹੈ, ਜੀ 'ਤੇ ਗੁਰੂ ਦੀ ਕਿਰਪਾ ਹੋਈ ਹੈ। ਪ੍ਰੀਤਮ ਜੀ ਕਹਿੰਦੇ, ਤੂੰ ਆਪੇ ਦੇਵੈ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਇਸ ਨਾਮ ਦੀ ਮਹਿਮਾ ਨੂੰ ਰੰਗੇ ਹੋਏ ਜਾਣਦੇ ਆ, ਬ੍ਰਹਮ ਗਿਆਨੀ ਜਾਣਦੇ ਆ, ਦੂਜਿਆਂ ਨੂੰ ਕੀ ਪਤਾ।
कहो कबीर गूंगे गुड़ खाया, पूछे ते क्या कहिए। हुण गूंगे नूं कोई पुछे भी तू आ खाधा कुछ ये किहो जिहा, वो बोल नहीं सकता, वो कच्छा मार के दसेगा बहुत स्वाद आ। ਉਹਦੇ चेहरे के हाव भाव तो पता लगेगा कि इनू कुछ स्वाद आया, कुछ सुख मिलिया, कुछ आनंद मिलिया। इसे तरह ही गुरु प्यारिओ ये जिहड़ा नाम का है ना प्रभाव, नाम का प्रताप जो किसी मनुख ते हुंदा है ना, तो कई बार वो दस नहीं सकता गा, वो अंदरे अंदर आनंद नूं माणदा है। प्रीतम जी कहंदे तू आपे देवै नाम वडाई, नाम रते सुख पावणिया, सदा सदा साचे तुध सालाही। हे परिपूर्ण परमेश्वर परमात्मा, मैं हमेशा ही तैनू सिमरदा हाँ। किरपा कर दे हुण मेरे ते कि मैं तैनू ही सलाहुंदा रहा, तेरी सिफत करदा रहा, तैनू सिमरदा रहा। गुरमुख जाता दूजा को नाही, गुरु दे कोलों मैं जाने है। गुरु अमरदास जी ने गुरु अंगद देव जी कोलों जाने ना, तो आपां नूं भी गुरु साहब ने दस्सिया पूजा अकाल की, परचा शब्द का, दीदार खालसे का। बस सिख का एक काम है, किरत करो नाम जपो वंड छको। सिखा अकाल पुरख तो वड्डा कोई नहीं। प्रीतम जी बख्शिश करते हैं, गुरमुख जाता दूजा को नाही, एक सस्यो मन रहा समाए। हुण मेरा एक नाल मन जुड़िया है। पूजा अकाल की, परचा शब्द का, गुरबाणी नाल जुड़ना, पूजना अकाल पुरख नूं, मनना अकाल पुरख नूं। जे दर्शन करने आ फिर खालसा जिहड़ा है सावर सूर दस्तार सिरा परमेश्वर का स्वरूप है। इस करके खालसे नूं सतगुरु गोबिंद सिंह महाराज ने बड़ी वडियाई दिती है। पर खालसा खालस होवे सोए, खालसा सो जो चढ़े तरंग, खालसा सो जो करे नित जंग। ये अंदरलियां जंगां दी गल है, बाहर भी चलदियां अंदर भी चलदियां। तो खालसे की बड़ी महिमा सतगुर ने दसी आ। पूर्ण खालसे की ब्रह्म ज्ञानी की गल इत्थे कीती है। सतगुर पातशाह जी कहंदे खालसा खास कहावै सोई, जाके हिरदे भरम ना होई। ऐसा जिहड़ा परमेश्वर का प्यारा है, पातशाह जी कहंदे वो एक नाल जुड़दा है, दूजे नाल नहीं जुड़दा। एक स्यों मन रहा समाए, मन मनिया मन है मिलावनिया। वो एक नूं मन करके एक दी महिमा करदा है, एक दी सिफत करदा है, एक नाल जुड़दा है। मन करके एक नूं मनदा है। और इस तरह फिर की हुंदा है, मन मनिया मन है मिलावनिया, ते अपने मन नूं उहदे नाल मिलाउंदा है। मन एक पुल है गुरु प्यारिओ। आत्मा जिहड़ी है ये परमेश्वर दी अंश है। आपां जीव आत्मा हाँ, परमेश्वर परमात्मा है। मन इन्हां नूं मिलाउण वास्ते एक रस्ता है। ये मन का रस्ता जिधर नूं हो जाता है, साडी सोच सुरत उधर नूं चली जाती है। इस करके मन का सुभाव है जैसी संगत वैसी रंगत। तो जदों गुरु की संगत हो गई फिर ये रस्ता जिहड़ा है जुड़दा है परमेश्वर दे नाल, आत्मा नूं परमेश्वर नाल मिलाउंदा है। मेरे प्रीतम जी कहंदे सदा सदा साचे तुलसा लाही। गुरु अमरदास जी नूं जद सोझी आई तो फिर उन्हां ने बाणी उचारी आ। कहंदे हुण मैं केवल तैनूं ही वड्डा कहंदा हाँ, सलाहुणा वड्डा कहना, क्योंकि तैथों वड्डा कोई होर है नहीं, तो छोटियां नूं वड्डा कह नहीं सकदा मैं। इस करके बस एक तू ही मेरा सब कुछ है। सदा सदा साचे तुलसा लाही, बाकी सारी किरत है तेरी, करता तू है। इस करके करते नूं ही वड्डा कह सकते हैं। मेरे प्रीतम जी कहंदे गुरमुख जाता दूजा को नाही, गुरु दे कोलों मैनूं समझ लगी कि तेरे वर्गा होर कोई नहीं है। जिमें किमें किसी बच्ची दे, किसी इस्त्री दे पंज चार मामी हो सकते हैं, पंज चार भरा हो सकते हैं, पंज चार चाचे ताए हो सकते हैं, पर पिता एक हुंदा है, पति एक हुंदा है, कोई सतनाम। इस तरह साडी जीव आत्मा दियां
ਸੰਸਾਰ 'ਚ ਭਾਵੇਂ ਬਹੁਤ ਰਿਸ਼ਤੇਦਾਰੀਆਂ ਸਰੀਰ ਦੀਆਂ ਹੋ ਸਕਦੀਆਂ ਹੈ, ਪਰ ਇੱਕੋ ਇੱਕ ਦੀ ਰਿਸ਼ਤੇਦਾਰੀ ਹੈ ਪਰਮੇਸ਼ਰ ਦੇ ਨਾਲ ਪੱਕੀ, ਜਿੱਥੇ ਹਮੇਸ਼ਾ ਰਹਿ ਸਕਦੀ ਹੈ, ਉਹ ਹੈ ਇਸ ਦਾ ਪਤੀ ਪਰਮੇਸ਼ਰ ਪਰਮਾਤਮਾ। ਤੇ ਉਸ ਨੂੰ ਤਿਆਗ ਕੇ ਜਦੋਂ ਦੂਜਿਆਂ ਨਾਲ ਜੁੜਦਾ ਤੇ ਫਿਰ ਉੱਥੇ ਪਾਤਸ਼ਾਹ ਨੇ ਕਿਹਾ ਇਹੀ ਦੁੱਖਾਂ ਦਾ ਕਾਰਨ ਹੈ। ਜਗਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੋਐ ਭਾਏ ਬਗੁਚੀਐ ਗਲ ਪਈ ਸੋ ਜਮ ਕੀ ਫਾਸ। ਪ੍ਰਭ ਸੁਆਮੀ ਕੰਤ ਵੀ ਹੋਣੀ ਆ ਮੀਤ ਸੱਜਣ ਸਭ ਜਾਮ। ਪਰਮੇਸ਼ਰ ਤੋਂ ਵਿਛੜ ਕੇ ਆਤਮਾ ਦੁਖੀ ਹੈ, ਸੁਆਮੀ ਗੁਰੂ ਤੋਂ ਵਿਛੜ ਕੇ ਇਹ ਮਨੁੱਖ ਦੁਖੀ ਹੈ। ਕੰਤ ਪਤੀ ਤੋਂ ਵਿਛੜ ਕੇ ਜਿਵੇਂ ਪਤਨੀ ਦੁਖੀ ਆ। ਕੋ ਸਤਨਾਮ ਸੀ ਉਦਾਹਰਨ ਦੇਤੀ, ਜਿਵੇਂ ਪਤੀ ਤੋਂ ਵਿਛੜ ਕੇ ਪਤਨੀ ਦੁਖੀ ਆ, ਉਸੇ ਤਰ੍ਹਾਂ ਹੀ ਇਹ ਗੁਰੂ ਤੋਂ ਬਗੈਰ ਮਨੁੱਖ ਦੁਖੀ ਆ, ਪਰਮਾਤਮਾ ਦੇ ਮਿਲਾਪ ਤੋਂ ਬਗੈਰ ਆਤਮਾ ਦੁਖੀ ਆ, ਜਿਹੜੀ ਟੇਢੀਆਂ ਜੂਨਾਂ ਵਿੱਚ ਭਟਕ ਰਹੀ ਆ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਦੁਖੀ ਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਇੱਕ ਦੇ ਨਾਲ ਜੁੜੀਏ। ਸਦਾ ਸਦਾ ਸਾਚੇ ਤੁਧ ਸਾ ਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ। ਏਕਸ ਸਿਉ ਮਨ ਰਿਹਾ ਸਮਾਏ। ਹੁਣ ਇੱਕ ਨਾਲ ਜੁੜ ਗਿਆ ਹਾਂ, ਇੱਕ ਨਾਲ ਜੁੜੀਏ ਤੇ ਸੁੱਖ ਹੈ। ਮਨ ਮੰਨਿਆ ਮਨ ਹੈ ਮਿਲਾਵਣਿਆ, ਗੁਰਮੁਖ ਹੋਵੇ ਸੋ ਸਾ ਲਾਹੇ। ਜਿਹੜਾ ਗੁਰੂ ਵਾਲਾ ਨਾ, ਜਿਹਨੂੰ ਸਮਝ ਆ ਗਈ ਗੁਰੂ ਵਾਲਾ ਬਣ ਕੇ, ਉਹਨੂੰ ਸਮਝ ਆਊਗੀ, ਉਹੀ ਕਹੂਗਾ ਇਹ ਗੱਲ। ਸਾਚੇ ਠਾਕੁਰ ਬੇਪਰਵਾਹੇ, ਉਹ ਕੇਵਲ ਸੱਚੇ ਮਾਲਕ ਨਾਲ ਜੁੜੇਗਾ, ਬਾਕੀ ਦੁਨੀਆ ਤੋਂ ਬੇਪਰਵਾਹ ਹੋ ਜਾਵੇਗਾ। ਉਹ ਇੱਕ ਨਾਲ ਜੁੜੇਗਾ। ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇ ਲਾਵਣਿਆ। ਉਹਨਾਂ ਦੇ ਹਿਰਦੇ ਵਿੱਚ ਤੀਜੇ ਨਾਨਕ ਗੁਰੂ ਅਮਰਦਾਸ ਜੀ ਕਹਿੰਦੇ ਨਾਮ ਦਾ ਵਾਸਾ ਹੋ ਜਾਂਦਾ। ਨਾਨਕ ਨਾਮ ਵਸੈ ਮਨ ਅੰਤਰ, ਉਹਨਾਂ ਦੇ ਮਨ ਵਿੱਚ ਨਾਮ ਦਾ ਵਾਸਾ ਹੋ ਗਿਆ। ਗੁਰ ਸ਼ਬਦੀ ਹਰ ਮੇ ਲਾਵਣਿਆ, ਇਹ ਨਾਮ ਹੀ ਸਾਨੂੰ ਪਰਮੇਸ਼ਰ ਨਾਲ ਮਿਲਾਵੇਗਾ। ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਇਹ ਮਨੁੱਖ ਨੂੰ ਸਾਡੇ ਪਾਤਸ਼ਾਹ ਜੀ ਨੇ 3 ਰਸਤੇ ਦੱਸੇ ਹੈ। ਦਸਾਂ ਨੌਹਾਂ ਦੀ ਕਿਰਤ ਕਰੋ, ਸਮਾਂ ਕੱਢ ਕੇ ਪਰਮੇਸ਼ਰ ਨਾਲ ਜੁੜੋ, ਔਰ ਕਿਰਤ ਜਿਹੜੀ ਕੀਤੀ ਆ ਉਹ 'ਚੋਂ 10ਵਾਂ ਦਸੌਂਦ ਵੱਢ ਕੇ ਛਕਣਾ ਕਰੋ। ਭਾਵ ਸਤਿਗੁਰ ਦਾ ਹਿੱਸਾ ਕੱਢ ਕੇ ਕਿਸੇ ਲੋੜਵੰਦ ਦੀ ਮਦਦ ਕਰਕੇ ਉਸ ਨੂੰ ਖਵਾ ਕੇ ਫਿਰ ਖਾਓ। ਤੋ ਖੈਰ ਇਸੀ ਪਵਿੱਤਰ ਸ਼ਬਦ ਦੀ ਵਿਚਾਰ। ਅੱਗੇ ਅਗਲਾ ਸ਼ਬਦ ਆਰੰਭ ਹੋ ਗਿਆ। ਮਾਝ ਮਹੱਲਾ ਤੀਜਾ, ਤੇਰੇ ਭਗਤ ਸੋਹੈ ਸਾਚੈ ਦਰਬਾਰੇ। ਹੇ ਪਰਮੇਸ਼ਰ, ਜਿਹੜੇ ਤੇਰੇ ਭਗਤ ਹਨ ਉਹ ਤੇਰੇ ਦਰਬਾਰ ਵਿੱਚ ਸ਼ੋਭਦੇ ਹਨ। ਗੁਰ ਕੈ ਸ਼ਬਦ ਨਾਮ ਸਵਾਰੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹ ਆਪਣੇ ਆਪ ਨੂੰ ਸਵਾਰਦੇ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਉਹ ਆਨੰਦ ਵਿੱਚ ਰਹਿੰਦੇ ਹਨ, ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਗਾਉਂਦੇ ਉਹਦੇ ਵਿੱਚ ਮਿਲ ਜਾਂਦੇ ਆ। ਇਸ ਪਵਿੱਤਰ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ 'ਤੇ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਚੁੱਪ ਕਰਾਓ, ਪਾਸੇ ਕਰੋ ਇਹਨੂੰ।